ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬੇਟਾ ਲਿਮਿਟਲੈਸ ਲਰਨਿੰਗ ਕਲਾਸਿਸ ਦੇ ਉੱਪਰ। ਜਿਵੇਂ ਕਿ ਤੁਸੀਂ ਸਾਰੇ ਬੇਟੇ ਜਾਣਦੇ ਹੋ, ਆਪਾਂ ਇੱਥੇ ਪੰਜਾਬ ਪੁਲਿਸ ਔਰ PSSB ਦੀਆਂ ਜਿਹੜੀਆਂ ਨੇ ਕਲਾਸਿਸ ਜਿਹੜੀਆਂ ਨੇ ਐਗਜ਼ਾਮਸ ਦੀਆਂ ਉਹ ਚਲਾ ਰਹੇ ਹਾਂ। ਔਰ ਇਸ ਦੇ ਨਾਲ ਹੀ ਤੁਹਾਨੂੰ ਜਿਹੜਾ ਬਹੁਤ ਹੀ ਜਲਦ ਅਸੀਂ ਫ੍ਰੀ ਆਫ ਕਾਸਟ ਰੀਜ਼ਨਿੰਗ ਔਰ ਮੈਥਮੈਟਿਕਸ ਦੀਆਂ ਪੂਰੇ ਸਿਲੇਬਸ ਦੀਆਂ ਜਿਹੜੀਆਂ ਕਲਾਸਾਂ ਨੇ ਉਹ ਵੀ ਜਿਹੜੀਆਂ ਨੇ ਤੁਹਾਨੂੰ ਪ੍ਰੋਵਾਈਡ ਕਰਨ ਜਾ ਰਹੇ ਹਾਂ ਬੇਟੇ, ਰਾਈਟ। ਸੋ ਉਸ ਦੇ ਲਈ ਬੇਟਾ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਇੱਕ ਵਾਰ ਜਿਹੜਾ ਹੈ ਉਹ ਸਾਰੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਤਾਂ ਜੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਪੂਰੇ ਦਾ ਪੂਰਾ ਬੈਨੀਫਿਟ ਮਿਲ ਸਕੇ। ਇਹਦੇ ਨਾਲ ਬੇਟੇ ਤੁਹਾਨੂੰ ਬੈਨੀਫਿਟਸ ਕੀ ਨੇ, ਦੇਖੋ ਇੱਕ ਤਾਂ ਤੁਸੀਂ ਆਪਣੀ ਜਿਹੜੀ ਹੈ ਹਾਰਡ ਅਰਨ ਮਨੀ ਜਿਹੜੇ ਨੇ ਪੈਸੇ ਉਹ ਬਚਾ ਰਹੇ ਹੋ, ਠੀਕ ਹੈ। ਤੁਹਾਨੂੰ ਕਿਸੇ ਵੀ ਕੋਚਿੰਗ ਇੰਸਟੀਚਿਊਟ 'ਚ ਜਾਣ ਦੀ ਜ਼ਰੂਰਤ ਨਹੀਂ, ਤੁਹਾਨੂੰ ਕਿਤੇ ਵੀ ਜਿਹੜਾ ਹੈ ਬਹੁਤ ਜ਼ਿਆਦਾ ਪੈਸੇ ਜਿਹੜੇ ਖਰਚਣ ਦੀ ਲੋੜ ਨਹੀਂ। ਤੁਸੀਂ ਉਸ ਦੇ ਨਾਲ ਆਪਣਾ ਟਾਈਮ ਵੀ ਯੂਟੀਲਾਈਜ਼ ਕਰ ਰਹੇ ਹੋ। ਜਿਹੜਾ ਟਾਈਮ ਤੁਸੀਂ ਕੋਚਿੰਗ ਦੇ ਆਉਣ ਜਾਣ ਦੇ ਉੱਪਰ ਜਾਂ ਜਿਹੜਾ ਤੁਸੀਂ ਉੱਥੇ ਜਿਹੜਾ ਜਾ ਕੇ ਬੈਠ ਕੇ ਪੜ੍ਹਨ ਦੇ ਵਿੱਚ ਵੇਸਟ ਕਰਨਾ ਹੈ, ਉਹ ਸਾਰਾ ਟਾਈਮ ਤੁਹਾਡਾ ਸੇਵ ਹੋ ਜਾਏਗਾ। ਨਾਲ ਦੀ ਨਾਲ ਜਿਹੜੇ ਤੁਹਾਡੇ ਪੈਸੇ ਨੇ ਉਹਨਾਂ ਦੀ ਵੀ ਬਚਤ ਹੋਏਗੀ। ਔਰ ਸਭ ਤੋਂ ਵਧੀਆ ਗੱਲ ਹੈ ਕਿ ਤੁਹਾਨੂੰ ਬੈਸਟ ਫੈਕਲਟੀਜ਼ ਜਿਹੜੀਆਂ ਨੇ ਉਹ ਆਪਣੀ ਜਿਹੜੀ ਐਕਸਪੀਰੀਅੰਸ ਜਿਹੜੀ ਨੌਲੇਜ ਹੈ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ, ਤਾਂ ਜੋ ਤੁਹਾਡੀ ਜਿਹੜੀ 100% ਸਕਸੈਸ ਜਿਹੜੀ ਉਹ ਗਰੰਟਿਡ ਹੋ ਸਕੇ। ਸੋ ਆਈ ਰਿਕੁਐਸਟ ਅਗੇਨ ਟੂ ਆਲ ਆਫ ਯੂ, ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਐਂਡ ਸ਼ੇਅਰ ਵਿਦ ਯੂਰ ਅਦਰ ਫਰੈਂਡਸ। ਸੋ ਲੈਟਸ ਸਟਾਰਟ ਵਿਦ ਦਾ ਟੌਪਿਕ ਬੇਟੇ। ਅੱਜ ਦਾ ਆਪਣਾ ਟੌਪਿਕ ਹੈ ਇੰਡੀਅਨ ਕੌਨਸਟੀਟਿਊਸ਼ਨ ਦੀ ਪ੍ਰੈਂਬਲ। ਸੋ ਸਭ ਤੋਂ ਪਹਿਲਾਂ ਆਪਾਂ ਇੱਕ ਵਾਰ ਕੌਨਸਟੀਟਿਊਸ਼ਨ ਦੀ ਪ੍ਰੈਂਬਲ ਨੂੰ ਰੀਡ ਕਰਦੇ ਹਾਂ ਜੀ, ਕਿ ਸਾਡੀ ਕੌਨਸਟੀਟਿਊਸ਼ਨ ਦੀ ਪ੍ਰੈਂਬਲ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤਾਂ ਬੇਟੇ ਆਉਂਦਾ ਹੈ ਕਿ ਸੋਰਸ ਹਾਊਸ ਕੀ ਜਿਹੜਾ ਪਾਵਰ ਸੋਰਸ ਹੈ ਕੌਨਸਟੀਟਿਊਸ਼ਨ ਦਾ ਉਹ ਕੀ ਹੈ, ਉਹ ਹੈ ਜੀ ਵੀ ਦਾ ਪੀਪਲ ਆਫ ਇੰਡੀਆ। ਕੌਨਸਟੀਟਿਊਸ਼ਨ ਜਿਹੜਾ ਹੈ ਨਾ ਭਾਰਤ ਦਾ, ਉਹ ਇਹਨਾਂ ਤੋਂ ਆਪਣੀ ਜਿਹੜੀ ਹੈ ਪਾਵਰ ਉਹ ਲੈਂਦਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਦਿੱਤੇ ਹੋਏ ਨੇ ਕੁਝ ਵਰਡ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ। ਇਹ ਸਾਰੇ ਵਰਡਸ ਆਪਾਂ ਵਨ ਬਾਏ ਵਨ ਹੁਣ ਨੈਕਸਟ ਅੱਗੇ ਜਿਹੜਾ ਸਲਾਈਡਸ ਦੇ ਵਿੱਚ ਇਹਨਾਂ ਨੂੰ ਡਿਸਕਸ ਕਰਦੇ ਹਾਂ, ਤਾਂ ਜੋ ਤੁਹਾਨੂੰ ਪਤਾ ਚੱਲ ਸਕੇ। ਨਾਲ ਦੀ ਨਾਲ ਹੀ ਜਿਹੜੀ ਸਾਡੀ ਪ੍ਰੈਂਬਲ ਹੈ ਉਹ ਜਸਟਿਸ ਪ੍ਰੋਵਾਈਡ ਕਰਨ ਦੀ ਗੱਲ ਕਰਦੀ ਹੈ। ਜਸਟਿਸ ਕਿਹੜਾ ਜੀ, ਸੋਸ਼ਲ ਜਸਟਿਸ, ਇਕਨੋਮਿਕ ਜਸਟਿਸ ਐਂਡ ਪੋਲੀਟੀਕਲ ਜਸਟਿਸ। ਲਿਬਰਟੀ ਦਿੱਤੀ ਜਾ ਰਹੀ ਹੈ ਕਿਹਨਾਂ ਚੀਜ਼ਾਂ ਦੀ, ਐਕਸਪ੍ਰੈਸ਼ਨਸ ਦੀ, ਬਿਲੀਫ ਦੀ, ਫੇਥ ਔਰ ਵਰਸ਼ਿਪ ਦੀ। ਇਕੁਐਲਿਟੀ ਹੈ ਜੀ ਸਟੇਟਸ ਵਿੱਚ ਔਰ ਓਪਰਚੁਨਿਟੀਜ਼ ਦੇ ਵਿੱਚ। ਔਰ ਨਾਲ ਦੀ ਨਾਲ ਹੀ ਸਾਰਿਆਂ ਦੇ ਵਿੱਚ ਜਿਹੜੀ ਹੈਗੀ ਹੈ ਫਰਟਰਨਿਟੀ। ਇਸ ਤੋਂ ਬਾਅਦ ਸਾਨੂੰ ਹੋਰ ਚੀਜ਼ ਦਾ ਕਾਹਦਾ ਪਤਾ ਚੱਲਦਾ ਹੈ, ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਕੌਨਸਟੀਟਿਊਸ਼ਨ ਦੀ ਅਡਾਪਟਮੈਂਟ ਔਰ ਇਨੈਕਟਮੈਂਟ ਡੇਟ ਜਿਹੜੀ ਹੈ ਉਹ ਕਿੰਨੀ ਹੈ ਜੀ। ਉਹ ਤਾਂ ਉਹ ਕੀ ਆਉਂਦੀ ਹੈ 26 ਡੇ ਆਫ ਨਵੰਬਰ 1949, ਇਨੈਕਟਮੈਂਟ ਡੇ। ਸਮ ਇੰਪੋਰਟੈਂਟ ਫੈਕਟਸ ਬੇਟਾ ਜਿਨ੍ਹਾਂ ਤੋਂ ਤੁਹਾਨੂੰ ਸਵਾਲ ਜਿਹੜੇ ਨੇ ਕੁਐਸਚਨਸ ਜਨਰੇਟ ਕਰਦਾ ਐਗਜ਼ਾਮੀਨਰ, ਕਿ ਸਭ ਤੋਂ ਪਹਿਲਾਂ ਪ੍ਰੈਂਬਲ ਕਿਸ ਕੌਨਸਟੀਟਿਊਸ਼ਨ ਦੇ ਵਿੱਚ ਪਾਈ ਗਈ ਸੀ। ਤਾਂ ਸਭ ਤੋਂ ਪਹਿਲੀ ਪ੍ਰੈਂਬਲ ਬੇਟਾ ਜਿਹੜੀ ਉਹ ਪਾਈ ਗਈ ਸੀ ਅਮਰੀਕਾ ਦੇ ਕੌਨਸਟੀਟਿਊਸ਼ਨ ਦੇ ਵਿੱਚ। ਔਰ ਇੰਡੀਆ ਨੇ ਵੀ ਉਸੇ ਹੀ ਪ੍ਰੈਕਟਿਸ ਨੂੰ ਜਿਹੜਾ ਉਹ ਫੋਲੋ ਕੀਤਾ ਹੈ। ਇਹਨਾਂ ਨੇ ਵੀ ਆਪਣੀ ਜਿਹੜੀ ਉਹ ਪ੍ਰੈਂਬਲ ਬਣਾਈ। ਪ੍ਰੈਂਬਲ ਦਾ ਮਤਲਬ ਕੀ ਹੈ ਜੀ, ਪ੍ਰੈਂਬਲ ਮੀਨਸ ਇੰਟਰੋਡਕਸ਼ਨ ਆਫ ਦਾ ਕੌਨਸਟੀਟਿਊਸ਼ਨ। ਦੇਖੋ ਅਸੀਂ ਇਸ ਪ੍ਰੈਂਬਲ ਨੂੰ ਪੜ੍ਹਦੇ ਹਾਂ, ਸਮਨ ਕੋਈ ਪਰਸਨ ਹੈ, ਫੋਰਨਰ ਪਰਸਨ ਹੈ, ਉਸਨੂੰ ਇੰਡੀਆ ਦੇ ਬਾਰੇ ਨਹੀਂ ਪਤਾ ਕਿਵੇਂ ਦਾ ਹੈ, ਤਾਂ ਉਹ ਕੀ ਕਰਦਾ ਹੈ, ਕੌਨਸਟੀਟਿਊਸ਼ਨ ਦੀ ਜਸਟ ਪ੍ਰੈਂਬਲ ਨੂੰ ਪੜ੍ਹਦਾ ਹੈ, ਪੂਰਾ ਕੌਨਸਟੀਟਿਊਸ਼ਨ ਵੀ ਨਹੀਂ, ਸਿਰਫ ਪ੍ਰੈਂਬਲ ਨੂੰ ਪੜ੍ਹਿਆ ਤਾਂ ਉਸਨੂੰ ਪਤਾ ਚੱਲ ਗਿਆ ਕਿ ਇਹ ਸਟੇਟ ਦੀ ਨੇਚਰ ਕਿਵੇਂ ਦੀ ਹੈ। ਇਹਨਾਂ ਵਰਡਸ ਤੋਂ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ ਤੋਂ ਪੜ੍ਹ ਕੇ ਪਤਾ ਚੱਲ ਗਿਆ ਸਟੇਟ ਕਿਸ ਤਰ੍ਹਾਂ ਦੀ ਹੈ ਔਰ ਉਹ ਸਟੇਟ ਕਿਵੇਂ ਦੀ ਸੁਸਾਇਟੀ ਕ੍ਰੀਏਟ ਕਰਦੀ ਹੈ। ਇਹਨਾਂ ਤੋਂ ਪਤਾ ਚੱਲ ਗਿਆ ਸਾਨੂੰ ਕਿ ਸਾਡੀ ਜਿਹੜੀ ਹੈ ਇਸ ਸਟੇਟ ਦੀ ਸੁਸਾਇਟੀ ਜਿਹੜੀ ਉਹ ਕਿਵੇਂ ਦੀ ਹੋਏਗੀ। ਸੋ ਇਟ ਇਜ਼ ਦਾ ਪ੍ਰਾਇਮਰੀ ਮੀਨ ਇੰਟਰੋਡਕਸ਼ਨ ਆਫ ਕੌਨਸਟੀਟਿਊਸ਼ਨ, ਮਤਲਬ ਇਹ ਜਿਹੜੀ ਹੈ ਸੰਵਿਧਾਨ ਦੀ ਇੱਕ ਤਰ੍ਹਾਂ ਦੀ ਇੰਟਰੋਡਕਸ਼ਨ ਹੈ। ਇਹਨੂੰ ਪਤਾ ਚੱਲਦਾ ਹੈ ਪੜ੍ਹ ਕੇ ਕਿ ਜਿਹੜਾ ਇੰਡੀਆ ਦਾ ਕੌਨਸਟੀਟਿਊਸ਼ਨ ਹੈ ਉਹ ਕਿਵੇਂ ਦਾ ਹੋਏਗਾ। So preamble of Indian constitution is based on the objective resolution। objective resolution ਲਾਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਬੇਟਾ। ਕੌਨਸਟੀਟਿਊਟ ਅਸੈਂਬਲੀ ਵਾਲੇ ਦੇ ਵਿੱਚ ਕੀ objective resolution ਕਿਹਨਾਂ ਨੇ ਪੇਸ਼ ਕੀਤਾ ਸੀ, ਜਵਾਹਰ ਲਾਲ ਨਹਿਰੂ ਨੇ। ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ objective resolution ਹੀ ਜਿਹੜਾ ਹੈ ਉਹ ਇਸ ਪ੍ਰੈਂਬਲ ਦਾ ਬੇਸ ਬਣਦਾ ਹੈ। ਇਸ ਚੀਜ਼ ਨੂੰ ਤੁਸੀਂ ਜਿਹੜਾ ਥੋੜਾ ਧਿਆਨ ਵਿੱਚ ਰੱਖੋਗੇ। ਨੈਕਸਟ ਬੇਟੇ ਜਿਹੜੇ ਆਪਣੇ ਇੰਪੋਰਟੈਂਟ ਵਰਡਸ ਆਪਾਂ ਪੜ੍ਹ ਕੇ ਆਏ ਉਹਨਾਂ ਦੀ ਥੋੜੀ ਆਪਾਂ ਡੈਫੀਨੇਸ਼ਨ ਚੈੱਕ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਜੀ ਸੋਵਰਨ। ਸੋਵਰਨ ਦਾ ਮਤਲਬ ਕੀ ਹੈ, ਮਤਲਬ ਸੁਪਰੀਮ ਔਰ ਅਲਟੀਮੇਟ ਪਾਵਰ। ਇੰਡੀਆ ਇਜ਼ ਨਾਈਦਰ ਅ ਡਿਪੈਂਡੈਂਸੀ ਨੋਰ ਅ ਡੋਮੀਨੀਅਨ ਆਫ ਐਨੀ ਅਦਰ ਕੰਟਰੀ। ਇੰਡੀਆ ਜਿਹੜਾ ਹੈ ਨਾ ਉਹ ਆਪਣੇ ਆਪ ਦੇ ਵਿੱਚ ਬੇਟਾ ਇੱਕ ਪੂਰੀ ਤਰ੍ਹਾਂ ਨਾਲ ਆਜ਼ਾਦ ਮੁਲਕ ਹੈ। ਇਹ ਨਾ ਤਾਂ ਕਿਸੇ ਹੋਰ ਦੇ ਉੱਪਰ ਡਿਪੈਂਡੈਂਟ ਹੈ ਤੇ ਨਾ ਹੀ ਕਿਸੇ ਹੋਰ ਦਾ ਡੋਮੀਨੀਅਨ ਹੈ। ਇਟ ਇਜ਼ ਟੋਟਲੀ ਇੰਡੀਪੈਂਡੈਂਟ ਸਟੇਟ। India is an independent state. There is no authority above it and free to conduct। ਦੇਖੋ ਇਹਨੂੰ ਇੱਕ ਸਿੰਪਲ ਜਿਹੇ ਵਰਡ ਦੇ ਨਾਲ ਸਮਝਾਉਂਦੇ ਹਾਂ ਜੀ। ਤੁਸੀਂ ਬਹੁਤ ਛੋਟੇ ਹੁੰਦੇ ਹੋ, ਠੀਕ ਹੈ, ਈਵਨ ਦੈਨ ਕਿ ਤੁਸੀਂ ਕਿਹੜੇ ਕੱਪੜੇ ਖਰੀਦਣੇ ਨੇ ਜਾਂ ਕਿੱਦਾਂ ਦੇ ਤੁਹਾਡੇ ਸ਼ੂਜ਼ ਹੋਣੇ ਚਾਹੀਦੇ ਨੇ, ਕਿਹੜੇ ਦੋਸਤਾਂ ਨਾਲ ਮਿਲਣਾ ਹੈ, ਉਹ ਸਾਰਾ ਕੁਝ ਤੁਹਾਡੇ ਪੇਰੈਂਟਸ ਡਿਸਾਈਡ ਕਰਦੇ ਸੀ, ਕਿਉਂਕਿ ਤੁਸੀਂ ਇਸ ਚੀਜ਼ ਦੇ ਵਿੱਚ ਉਦੋਂ ਪੂਰੀ ਤਰ੍ਹਾਂ ਨਾਲ ਸਮਝਦਾਰ ਨਹੀਂ ਸੀਗੇ, ਠੀਕ ਹੈ।
ਐਟ दैट टाइम यू आर नॉट सोवरन, ਤੁਸੀਂ ਆਪਣੇ ਡਿਸੀਜਨ ਖੁਦ ਨਹੀਂ ਲੈ ਰਹੇ, ਤੁਹਾਡੇ ਡਿਸੀਜਨ ਜਿਹੜੇ ਨੇ ਉਹ ਕੌਣ ਲੈ ਰਹੇ ਨੇ, ਤੁਹਾਡੇ ਪੇਰੈਂਟਸ। ਬਟ ਨਾਓ ਯੂ ਗਰੋਇੰਗ ਅਪ, ਤੁਸੀਂ ਵੱਡੇ ਹੋ ਰਹੇ ਹੋ, ਵੱਡੇ ਹੋ ਚੁੱਕੇ ਹੋ, ਔਰ ਹੁਣ ਤੁਸੀਂ ਆਪਣੇ ਡਿਸੀਜਨ ਖੁਦ ਲੈ ਲੈਂਦੇ ਹੋ ਕਿ ਮੈਂ ਕਿਸ ਤਰ੍ਹਾਂ ਦੀਆਂ ਡਰੈਸਿਸ ਜਿਹੜੀਆਂ ਨੇ ਉਹ ਪਹਿਨਣੀਆਂ ਨੇ, ਮੈਂ ਕਿਸ ਤਰ੍ਹਾਂ ਦੇ ਦੋਸਤਾਂ ਨਾਲ ਮਿਲਣਾ ਜੁਲਣਾ ਹੈ। ਸਮ ਟਾਈਮ ਇਹ ਨਹੀਂ ਹੈ ਕਿ ਪੇਰੈਂਟਸ ਤੁਹਾਨੂੰ ਬਿਲਕੁਲ ਵੀ ਖੁੱਲ੍ਹਾ ਛੱਡ ਦਿੰਦੇ ਨੇ ਕਿ ਹਾਂਜੀ ਬੇਟਾ ਤੁਸੀਂ ਆਪਣੀ ਮਨਪਸੰਦ ਦੇ ਦੋਸਤ ਬਣਾਓ। ਸਮ ਟਾਈਮ ਉਹ ਤੁਹਾਡੇ ਤੇ ਰਿਸਟ੍ਰਿਕਸ਼ਨਸ ਰੱਖਦੇ ਵੀ ਨੇ, ਕਿਉਂਕਿ ਆਪਣੀ ਉਮਰ ਅਜਿਹੀ ਨਹੀਂ ਹੁੰਦੀ ਕਿ ਅਸੀਂ ਚੰਗੇ ਔਰ ਬੁਰੇ ਦਾ ਫਰਕ ਜਿਹੜਾ ਉਨੀ ਵਧੀਆ ਤਰੀਕੇ ਨਾਲ ਕਰ ਲਈਏ ਜਿਸ ਤਰੀਕੇ ਨਾਲ ਸਾਡੇ ਪੇਰੈਂਟਸ ਕਰ ਪਾਉਂਦੇ ਨੇ। ਤਾਂ ਦੇਖੋ, ਜਿੱਥੇ ਤਾਂ ਤੁਸੀਂ ਆਪਣੇ ਡਿਸੀਜਨ ਖੁਦ ਲੈ ਰਹੇ ਹੋ ਬੇਟਾ, ਉੱਥੇ ਹੋ ਤੁਸੀਂ ਪੂਰੀ ਤਰ੍ਹਾਂ ਨਾਲ ਸੋਵਰਨ। ਲੇਕਿਨ ਜਦੋਂ ਤੁਹਾਡੇ ਡਿਸੀਜਨ ਕੋਈ ਹੋਰ ਕੰਟਰੋਲ ਕਰ ਰਿਹਾ ਹੈ ਜਾਂ ਹੋਰ ਕੋਈ ਪ੍ਰਭਾਵਿਤ ਕਰ ਰਿਹਾ, ਤਾਂ ਉਹਨਾਂ ਕੰਡੀਸ਼ਨਸ ਦੇ ਵਿੱਚ ਤੁਸੀਂ ਸੋਵਰਨ ਨਹੀਂ ਹੋ। ਤਾਂ ਇੰਡੀਆ ਜਿਹੜੀ ਹੈ ਬੇਟਾ, ਉਹ ਇੱਕ ਸੋਵਰਨ ਕੰਟਰੀ ਹੈ। ਇੰਡੀਆ ਦੇ ਡਿਸੀਜਨਸ ਜਿਹੜੇ ਨੇ ਉਹ ਕੋਈ ਹੋਰ ਜਿਹੜਾ ਹੈ ਪ੍ਰਭਾਵਿਤ ਨਹੀਂ ਕਰਦਾ। ਇੰਡੀਆ ਆਪਣੇ ਡਿਸੀਜਨ ਖੁਦ ਲੈਂਦੀ ਹੈ। देयर इज नो अथॉरिटी अबव इट, सो दिस इज डिक्लेयर दैट इंडिया इज अ सोवरन स्टेट। नैक्सट बेटे आंदा है सोशलिस्ट। सोशलिस्ट का मतलब होंदा जी समाजवादी। समाजवादी मतलब ਜਿਹੜੇ ਪੂਰੇ ਸਮਾਜ ਦੀ ਭਲਾਈ ਦੀ ਗੱਲ ਕਰਦੇ ਨੇ। ਸੋ ਇਹ ਟਰਮ ਜਿਹੜੀ ਹੈ ਬੇਸਿਕਲੀ ਸਾਡੇ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਸੀ, ਇਹਨੂੰ ਐਡ ਕੀਤਾ ਗਿਆ ਹੈ 42nd ਅਮੈਂਡਮੈਂਟ 1976 ਦੇ ਵਿੱਚ। ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਨਸਟੀਟਿਊਸ਼ਨ ਦਾ ਪਾਰਟ ਬਣਦਾ ਹੈ ਜੀ। ਸੋਸ਼ਲਿਜ਼ਮ ਦਾ ਮਤਲਬ ਕੀ ਹੈ? ਇੰਡੀਆ ਜਿਹੜਾ ਹੈ ਨਾ ਉਹ ਬੇਟੇ ਸੋਸ਼ਲਿਜ਼ਮ ਦੇ ਵਿੱਚ ਬਿਲੀਵ ਤਾਂ ਕਰਦਾ ਹੈ, ਲੇਕਿਨ ਕਿਹੜੇ ਦੇ ਵਿੱਚ? ਡੈਮੋਕ੍ਰੈਟਿਕ ਸੋਸ਼ਲਿਜ਼ਮ ਦੇ ਵਿੱਚ, ਠੀਕ ਹੈ। ਐਂਡ ਉਹ ਜਿਹੜਾ ਹੈ ਮਿਕਸਡ ਇਕੋਨਮੀ ਦੇ ਵਿੱਚ ਬਿਲੀਵ ਕਰਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਸਾਰੇ ਦੀ ਸਾਰੀ ਪ੍ਰੋਪਰਟੀ ਜਿਹੜੀ ਹੈ ਇਕੋਨਮੀ ਉਹ ਪੂਰੀ ਹੋ ਜਾਏ ਜੀ ਕਿਹੜੀ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ, ਜਾਂ ਪੂਰੀ ਤਰ੍ਹਾਂ ਨਾਲ ਜਿਹੜੀ ਹੈ ਉਹ ਪਬਲਿਕ ਜਿਹੜੀ ਹੈ ਪ੍ਰਾਈਵੇਟ ਹੈਂਡਸ ਦੇ ਵਿੱਚ ਚਲੀ ਜਾਵੇ। ਇਹਨਾਂ ਦੋਨਾਂ ਦੇ ਵਿੱਚ ਉਹ ਵਿਸ਼ਵਾਸ ਨਹੀਂ ਰੱਖਦਾ। ਉਹ ਕਾਹਦੇ ਉੱਤੇ ਰੱਖਦਾ ਹੈ? ਮਿਕਸਡ ਇਕੋਨਮੀ ਦੇ ਉੱਤੇ। ਬੋਥ ਪਬਲਿਕ ਤੇ ਪ੍ਰਾਈਵੇਟ ਸੈਕਟਰ ਜਿਹੜੇ ਨੇ ਉਹ ਦੋਨੋਂ ਸਾਈਡ ਬਾਏ ਸਾਈਡ ਜਿਹੜੇ ਚੱਲਣੇ ਚਾਹੀਦੇ ਨੇ। ਇਹ ਆ ਜਾਂਦਾ ਜੀ ਤੁਹਾਡਾ ਸੋਸ਼ਲਿਸਟ। ਨੈਕਸਟ ਬੇਟੇ ਆਂਦਾ ਹੈ ਸੈਕੂਲਰ। ਸੈਕੂਲਰ ਦਾ ਮਤਲਬ ਆਪਾਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਬੇਟਾ ਸਾਰੇ। ਸੈਕੂਲਰ ਮੀਨਸ ਅਜਿਹੀ ਸਟੇਟ ਜਿਹੜੀ ਸਾਰਿਆਂ ਧਰਮਾਂ ਨੂੰ ਇਕੁਅਲੀ ਟਰੀਟ ਕਰਦੀ ਹੈ, ਸਾਰਿਆਂ ਰਿਲੀਜਨਸ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ। ਜਿਵੇਂ ਦੇਖੋ ਹਿੰਦੂਇਜ਼ਮ ਹੋ ਗਿਆ, ਮੁਸਲਿਮ ਹੋ ਗਿਆ, ਸਿੱਖਇਜ਼ਮ ਹੋ ਗਿਆ, ਕ੍ਰਿਸਚੀਅਨਿਟੀ ਹੋ ਗਈ, ਜਾਂ ਬਾਕੀ ਜਿੰਨੇ ਵੀ ਧਰਮ ਨੇ ਸਾਰਿਆਂ ਨੂੰ। ਇੱਕ ਛੋਟਾ ਜਿਹਾ ਕੁਐਸਚਨ ਹੈ, ਤੁਸੀਂ ਸਾਰੇ ਕਮੈਂਟ ਕਰਕੇ ਇਸ ਚੀਜ਼ ਦਾ ਆਨਸਰ ਦੋਗੇ। ਇਜ਼ ਇੰਡੀਆ ਸਟਿਲ ਸੈਕੂਲਰ? ਕੀ ਤੁਹਾਨੂੰ ਲੱਗਦਾ ਹੈ ਇੰਡੀਆ ਅਜੇ ਵੀ ਸੈਕੂਲਰ ਹੈ? ਅਗਰ ਨਹੀਂ ਹੈ ਤਾਂ ਕਿਹੜੀਆਂ ਕਾਰਨਾਂ ਕਰਕੇ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਸੈਕੂਲਰਿਜ਼ਮ ਨੂੰ ਥੋੜਾ ਖਤਰਾ ਪੈਦਾ ਹੋ ਰਿਹਾ ਹੈ? ਆਪਣੇ ਕਮੈਂਟ ਜ਼ਰੂਰ ਦੱਸ ਕੇ ਕਰਕੇ ਬੇਟਾ ਦੱਸਿਓ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ। ਤਾਂ ਇਹ ਵਾਲਾ ਜਿਹੜਾ ਸੈਕੂਲਰ ਵਰਡ ਹੈ, ਇਸ ਵਰਡ ਨੂੰ ਵੀ ਬੇਟੇ ਆਪਾਂ 42nd ਅਮੈਂਡਮੈਂਟ 19 ਇੱਥੇ ਇਹ ਗਲਤ ਹੋ ਗਿਆ ਬੇਟੇ, 76 ਆਏਗਾ, ਨਾਟ 46। 1976 ਦੇ ਵਿੱਚ ਜਿਹੜੀ ਅਮੈਂਡਮੈਂਟ ਆਪਾਂ ਹੁਣੇ ਲਾਸਟ ਪੜ੍ਹ ਕੇ ਆਏ ਹਾਂ ਹੋਈ ਸੀ, ਉਹਦੇ ਵਿੱਚ ਇਹਨੂੰ ਐਡ ਕੀਤਾ ਗਿਆ ਸੀਗਾ। ਔਰ ਸਾਰੇ ਰਿਲੀਜਨ ਕੀ ਨੇ ਇਹਦੇ ਅਕੋਰਡਿੰਗ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਹੈ। ਦਿਸ ਇਜ਼ ਦ ਮੀਨਿੰਗ ਆਫ ਸੈਕੂਲਰ। ਨੈਕਸਟ ਆਉਂਦਾ ਹੈ ਬੇਟਾ ਡੈਮੋਕ੍ਰੇਸੀ। ਹਾਂਜੀ, ਡੈਮੋਕ੍ਰੇਸੀ ਦੇਖੋ ਆਪਾਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਛੋਟੀਆਂ ਕਲਾਸਾਂ ਦੇ ਵਿੱਚ ਸਾਨੂੰ ਇਬਰਾਹਿਮ ਲਿੰਕਨ ਦੀ ਜਿਹੜੀ ਉਹ ਡੈਫੀਨੇਸ਼ਨ ਹੈ ਚੰਗੀ ਤਰ੍ਹਾਂ ਨਾਲ ਯਾਦ ਕਰਵਾਈ ਜਾਂਦੀ ਹੈ ਜੀ। ਲੋਕਤੰਤਰ ਦਾ ਮਤਲਬ ਕੀ ਹੁੰਦਾ ਹੈ? ਲੋਕਾਂ ਲਈ, ਲੋਕਾਂ ਦੁਆਰਾ ਜਿਹੜਾ ਹੈ ਉਹ ਉਸ ਨੂੰ ਅਸੀਂ ਕੀ ਬੋਲਦੇ ਹਾਂ? ਲੋਕਤੰਤਰ ਬੋਲਦੇ ਹਾਂ, ਲੋਕਾਂ ਵੱਲੋਂ, ਹੈ ਨਾ। ਔਰ ਇਹ ਜਿਹੜੀ ਚੀਜ਼ ਹੈ ਬੇਟਾ, ਲੋਕਤੰਤਰ ਜਿਹੜਾ ਹੈ ਨਾ ਉਹ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਡਾਇਰੈਕਟ ਔਰ ਇੱਕ ਹੁੰਦਾ ਹੈ ਇਨਡਾਇਰੈਕਟ ਜੀ। ਡਾਇਰੈਕਟ ਡੈਮੋਕ੍ਰੇਸੀ ਬੇਟਾ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਐਕਸਰਸਾਈਜ਼ ਕੀਤੀ ਜਾਂਦੀ ਹੈ, ਔਰ ਇਨਡਾਇਰੈਕਟ ਡੈਮੋਕ੍ਰੇਸੀ ਤੁਸੀਂ ਇੰਡੀਆ ਦੇ ਵਿੱਚ ਇਹਦੀ ਐਗਜ਼ਾਮਪਲ ਦੇਖ ਸਕਦੇ ਹੋ। ਉਸ ਤੋਂ ਬਾਅਦ ਆਉਂਦੇ ਨੇ ਜੀ ਜਿਹੜੇ ਕੁਝ ਹੋਰ ਇੰਪੋਰਟੈਂਟ ਵਰਡਸ ਨੇ ਪ੍ਰੈਂਬਲ ਦੇ। ਦਾ ਆਈਡੀਆ ਆਫ ਸੋਸ਼ਲ justice, social, economic and political have been taken from the Russian Revolution 1971। ਫਸਟ ਕਲਾਸ ਦੇ ਵਿੱਚ ਵੀ ਆਪਾਂ ਇਹ ਚੀਜ਼ ਡਿਸਕਸ ਕੀਤੀ ਸੀਗੀ, ਬਟ ਇੱਥੇ ਫਿਰ ਉਹ ਦੁਬਾਰਾ ਘੁੰਮ ਕੇ ਆ ਗਈ। ਆਈਡੀਆ ਆਫ ਲਿਬਰਟੀ, ਇਕੁਐਲਿਟੀ ਐਂਡ ਫਰਟਰਨਿਟੀ ਹੈਵ ਬੀਨ ਟੇਕਨ ਫਰੋਮ ਦਾ ਫ੍ਰੈਂਚ ਰੈਵੋਲਿਊਸ਼ਨ 1789 ਤੋਂ 1799 ਦੇ ਵਿੱਚ ਜਿਹੜਾ ਚੱਲਿਆ ਹੈ। ਤਾਂ ਇੱਥੇ ਸਾਡੇ ਤਿੰਨ ਕੁਐਸਚਨ ਦੇਖੋ ਬਣੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਕਦੋਂ ਹੋਇਆ, ਇਹ ਵੀ ਤੁਹਾਡਾ ਕੁਐਸਚਨ ਇੱਥੇ ਆਨਸਰ ਬਣ ਸਕਦਾ ਹੈ ਜੀ। ਫ੍ਰੈਂਚ ਰੈਵੋਲਿਊਸ਼ਨ ਕਦੋਂ ਹੋਇਆ, ਉਹ ਵੀ ਇੱਥੇ ਬਣ ਸਕਦਾ ਜੀ। ਫ੍ਰੈਂਚ ਰੈਵੋਲਿਊਸ਼ਨ ਦੇ ਨਾਲ ਇੱਕ ਹੋਰ ਕੁਐਸਚਨ ਪੰਜਾਬ ਦੇ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਬੇਟਾ, ਫਾਲ ਆਫ ਬਾਸਟਾਈਲ ਜਿਹੜਾ ਹੈ ਇੱਕ ਜੇਲ੍ਹ ਸੀਗੀ ਫਰਾਂਸ ਦੀ ਬਾਸਟਾਈਲ, ਉਸ ਦੇ ਉਹਨੂੰ ਕਿਸਾਨਾਂ ਦੇ ਵੱਲੋਂ ਤੋੜ ਦਿੱਤਾ ਗਿਆ ਸੀ ਜਦੋਂ ਫਰਾਂਸ ਦੇ ਵਿਰੋਧੀਆਂ ਦੇ ਵੱਲੋਂ। ਤਾਂ ਉਸ ਕੁਐਸਚਨ ਨੂੰ ਵੀ ਪੁੱਛਿਆ ਜਾਂਦਾ ਹੈ, ਫਾਲ ਆਫ ਬਾਸਟਾਈਲ ਜਿਹੜਾ ਹੈ ਉਹ ਕਿਸ ਰੈਵੋਲਿਊਸ਼ਨ ਦੇ ਨਾਲ ਰਿਲੇਟ ਕਰਦਾ ਹੈ? ਤਾਂ ਉਸ ਦਾ ਆਨਸਰ ਤੁਸੀਂ ਦੋਗੇ ਫ੍ਰੈਂਚ ਰੈਵੋਲਿਊਸ਼ਨ ਦੇ ਨਾਲ। ਟਾਈਮਸ ਦਿੱਤੀਆਂ ਹੋਈਆਂ ਨੇ। ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਕੁਐਸਚਨ ਆਉਂਦਾ ਹੁੰਦਾ ਜੀ, ਸਮ ਟਾਈਮ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਇੰਡੀਅਨ ਪ੍ਰੈਂਬਲ ਨੂੰ ਕੀ ਆਫ ਕਨਸਟੀਟਿਊਸ਼ਨ ਜਾਂ ਕੀ ਨੋਟ ਆਫ ਕਨਸਟੀਟਿਊਸ਼ਨ ਕਿਹਨਾਂ ਨੇ ਕਿਹਾ ਹੈ? ਤਾਂ ਉਹ ਨੇ ਜੀ ਸਰ ਅਰਨਸਟ ਬਾਰਕਰ। ਇਹਨਾਂ ਨੇ ਕਿਹਾ ਹੈ ਜਿਹੜੀ ਕੀ ਪ੍ਰੈਂਬਲ ਹੈ ਉਹ ਕੀ ਹੈ? ਕੀ ਨੋਟ ਆਫ ਕਨਸਟੀਟਿਊਸ਼ਨ ਮਤਲਬ, ਜਾਂ ਕੀ ਆਫ ਕਨਸਟੀਟਿਊਸ਼ਨ। ਤਾਂ ਇਹ ਜਿਹੜੇ ਕੁਐਸਚਨਸ ਤਿੰਨੋਂ ਜਿਹੜੇ ਨੇ ਤੁਹਾਨੂੰ ਬਹੁਤ ਵਾਰ ਐਗਜ਼ਾਮਸ ਦੇ ਵਿੱਚ ਆਉਂਦੇ ਨੇ, ਸੋ ਇਹਨਾਂ ਨੂੰ ਤੁਸੀਂ ਧਿਆਨ ਨਾਲ ਯਾਦ ਰੱਖਣਾ ਹੈ ਬੇਟਾ।
ਉਸ ਤੋਂ ਬਾਅਦ ਆਉਂਦਾ ਹੈ ਨੈਕਸਟ ਚੀਜ਼ ਜਿਹੜੀ ਆਉਂਦੀ ਹੈ ਸਾਡੇ ਕੋਲ ਕਿ ਪ੍ਰੈਂਬਲ ਜੋ ਹੈ ਕਿ ਉਹ ਕਨਸਟੀਟਿਊਸ਼ਨ ਦਾ ਪਾਰਟ ਹੈ ਜਾਂ ਨਹੀਂ। ਇਸ ਚੀਜ਼ ਨੂੰ ਲੈ ਕੇ ਨਾ ਕਾਫੀ ਜ਼ਿਆਦਾ ਕੰਟਰੋਵਰਸੀ ਰਹੀ ਹੈ ਸ਼ੁਰੂ ਤੋਂ ਲੈ ਕੇ, ਬਟ ਹੁਣ ਜਿਹੜਾ ਸੁਪਰੀਮ ਕੋਰਟ ਇਸ ਕੇਸ ਦੇ ਵਿੱਚ ਬਿਲਕੁਲ ਕਲੀਅਰ ਹੈ। ਤਾਂ ਇਹਦੇ ਸਬੰਧ ਦੇ ਵਿੱਚ ਇੱਕ ਕੇਸ ਆਂਦਾ ਹੈ ਬੇਟਾ ਕਿ ਪ੍ਰੈਂਬਲ ਜਿਹੜੀ ਉਹ ਪਾਰਟ ਹੈ ਕਨਸਟੀਟਿਊਸ਼ਨ ਦਾ ਨਹੀਂ। ਤਾਂ ਉਹ ਇੱਕ ਇੰਪੋਰਟੈਂਟ ਕੇਸ ਹੈ ਕੇਸ਼ਵ ਨੰਦ ਭਾਰਤੀ ਕੇਸ 1973 ਦੇ ਵਿੱਚ ਆਇਆ ਸੀਗਾ। ਇਹ ਕੇਸ ਜਿਹੜਾ ਹੈ ਇਹ ਰਿਲੇਟ ਕਰਦਾ ਹੈ ਬੇਟਾ ਬੇਸਿਕ ਸਟਰਕਚਰ ਥਿਊਰੀ ਦੇ ਨਾਲ, ਔਰ ਇਸੇ ਕੇਸ ਦੇ ਵਿੱਚ ਹੀ ਸੁਪਰੀਮ ਕੋਰਟ ਨੇ ਮੰਨਿਆ ਸੀ ਕਿ ਪ੍ਰੈਂਬਲ ਇਜ਼ ਅ ਪਾਰਟ ਆਫ ਕਨਸਟੀਟਿਊਸ਼ਨ ਐਂਡ ਪਾਰਲੀਮੈਂਟ ਕੈਨ ਅਮੈਂਡ ਦਾ ਪ੍ਰੈਂਬਲ। ਬਟ ਇਹਦੇ ਵਿੱਚ ਇੱਕ ਚੀਜ਼ ਹੈ ਕਿ ਪਾਰਲੀਮੈਂਟ ਪ੍ਰੈਂਬਲ ਨੂੰ ਅਮੈਂਡ ਤਾਂ ਕਰ ਸਕਦੀ ਹੈ, ਬਟ ਸੁਪਰੀਮ ਕੋਰਟ ਨੇ ਫਰਦਰ ਪ੍ਰੋਵਾਈਡ ਕੀਤਾ ਹੈ ਕਿ ਉਹ ਕਨਸਟੀਟਿਊਸ਼ਨ ਦੇ ਬੇਸਿਕ ਸਟਰਕਚਰ ਨੂੰ ਡਿਸਟਰੋਏ ਨਹੀਂ ਕਰ ਸਕਦੀ। ਸੋ ਇੱਥੋਂ ਤੁਹਾਨੂੰ ਕੁਐਸਚਨ ਨਿਕਲ ਕੇ ਜਿਹੜਾ ਆਉਂਦਾ ਹੈ, ਪੁੱਛਿਆ ਜਾਏਗਾ ਤੁਹਾਡੇ ਕੋਲ ਕਿ ਬੇਸਿਕ ਸਟਰਕਚਰ ਦੀ ਥਿਊਰੀ ਜਿਹੜੀ ਹੈ ਉਹ ਕਿਹੜੇ ਕੇਸ ਦੇ ਵਿੱਚ ਦਿੱਤੀ ਗਈ ਸੁਪਰੀਮ ਕੋਰਟ ਦੇ ਵੱਲੋਂ। ਕੇਸ਼ਵ ਨੰਦ ਭਾਰਤੀ ਕੇਸ ਦੇ ਵਿੱਚ ਜਿਹੜਾ ਕਿ 1973 ਦੇ ਵਿੱਚ ਆਇਆ ਸੀਗਾ, ਔਰ ਸੁਪਰੀਮ ਕੋਰਟ ਨੇ ਇਹ ਚੀਜ਼ ਕਹਿ ਦਿੱਤਾ ਸੀਗਾ ਕਿ ਜਿਹੜੇ ਪ੍ਰੈਂਬਲ ਹੈ ਉਹ ਕਨਸਟੀਟਿਊਸ਼ਨ ਦਾ ਇੱਕ ਇੰਟੀਗਰਲ ਪਾਰਟ ਹੈ, ਔਰ ਜਿਹੜੀ ਪਾਰਲੀਮੈਂਟ ਹੈ ਉਹ ਇਸ ਨੂੰ ਅਮੈਂਡ ਕਰ ਸਕਦੀ ਹੈ। ਸੋ ਇਸ ਤੋਂ ਬਾਅਦ ਵਿੱਚ ਫਿਰ 1976 ਦੇ ਵਿੱਚ ਜਿਹੜਾ ਹੈ ਪ੍ਰੈਂਬਲ ਨੂੰ ਅਮੈਂਡ ਕੀਤਾ ਗਿਆ 42 ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਦੇ ਨਾਲ, ਔਰ ਜਿਹਦੇ ਨਾਲ 3 ਨਵੇਂ ਵਰਡ ਜਿਹੜੇ ਨੇ ਉਹ ਜੋੜੇ ਗਏ, ਸੋਸ਼ਲਿਸਟ, ਸੈਕੂਲਰ, ਇੰਟੀਗ੍ਰਿਟੀ। ਪ੍ਰੈਂਬਲ ਦੇ ਵਿੱਚ ਜਿਹੜਾ ਇਹਨਾਂ ਤਿੰਨਾਂ ਵਰਡਸ ਨੂੰ ਐਡ ਕੀਤਾ ਗਿਆ ਬੇਟੇ। ਦਿਸ ਇਜ਼ ਵੈਰੀ ਇੰਪੋਰਟੈਂਟ। ਇਹਦੇ ਤੋਂ ਬਹੁਤ ਵਾਰ ਕੁਐਸਚਨ ਆਉਂਦਾ ਹੈ ਕੇਸ਼ਵ ਨੰਦ ਭਾਰਤੀ ਵਾਲੇ ਕੇਸ ਤੋਂ, ਔਰ ਬੇਸਿਕ ਸਟਰਕਚਰ ਥਿਊਰੀ ਸੁਪਰੀਮ ਕੋਰਟ ਨੇ ਕਿਹੜੇ ਕੇਸ ਵਿੱਚ ਦਿੱਤੀ ਸੀਗੀ। ਸੋ ਇਸ ਨੂੰ ਚੰਗੀ ਤਰ੍ਹਾਂ ਨਾਲ ਕਲੀਅਰ ਕਰਕੇ ਰੱਖਣਾ ਹੈ ਬੇਟੇ। ਇਹਦੇ ਵਿੱਚ ਜਿਹੜਾ ਹੈ ਬਿਲਕੁਲ ਵੀ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਸੋ ਦਿਸ ਇਜ਼ ਆਲ ਅਬਾਊਟ ਦਾ ਟੌਪਿਕ ਬੇਟੇ। ਆਪਣਾ ਪੂਰਾ ਟੌਪਿਕ ਜਿਹੜਾ ਕਵਰ ਹੋ ਚੁੱਕਾ ਹੈ। ਵਨਸ ਅਗੇਨ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਅਗਰ ਤੁਹਾਨੂੰ ਸਾਡੀ ਟੀਮ ਵੱਲੋਂ ਕੀਤੇ ਜਾ ਰਹੇ ਐਫਰਟਸ ਬੇਟਾ ਪਸੰਦ ਲੱਗ ਰਹੇ ਨੇ, ਵਧੀਆ ਲੱਗ ਰਹੇ ਨੇ, ਦੈਨ ਪਲੀਜ਼ ਸਬਸਕ੍ਰਾਈਬ ਅਵਰ ਚੈਨਲ, ਔਰ ਆਪਣੇ ਬਾਕੀ ਸਾਥੀਆਂ ਨਾਲ ਵੀ ਇਸ ਨੂੰ ਸ਼ੇਅਰ ਕਰ ਦਿਓ। ਐਂਡ ਬੀ ਰੈਡੀ ਫॉर द ਮੈਥਸ ਐਂਡ ਰੀਜ਼ਨਿੰਗ ਕਲਾਸਿਸ। ਸ਼ਾਰਟਲੀ ਵੀ ਵਿਲ ਪ੍ਰੋਵਾਈਡ ਯੂ ਆਲ ਕਲਾਸਿਸ। ਬਹੁਤ ਜਲਦ ਅਸੀਂ ਤੁਹਾਨੂੰ ਜਿਹੜੀਆਂ ਸਾਰੀਆਂ ਕਲਾਸਿਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਦੇਵਾਂਗੇ ਬੇਟੇ। ਥੋੜੀਆਂ ਜਿਹੀਆਂ ਕੁਝ ਟੈਕਨੀਕਲ ਪ੍ਰੋਬਲਮਸ ਨਹੀਂ, ਉਹਨਾਂ ਦੇ ਉੱਪਰ ਕੰਮ ਚੱਲ ਰਿਹਾ, ਔਰ 1-2 ਦਿਨਾਂ ਤੱਕ ਜਿਹੜੀ ਹੈ ਸਾਡੀ ਟੀਮ ਉਹਨਾਂ ਨੂੰ ਜਿਹੜਾ ਸੋਲਵ ਆਊਟ ਕਰ ਲਏਗੀ। ਸੋ ਟੇਕ ਕੇਅਰ ਟੂ ਆਲ ਆਫ ਯੂ ਬੇਟਾ। ਸਾਰੇ ਆਪਣਾ ਖਿਆਲ ਰੱਖੋ ਔਰ ਵਧੀਆ ਤਰੀਕੇ ਨਾਲ ਪੜ੍ਹੋ, ਆਪਣੀ ਸਿਹਤ ਦਾ ਵੀ ਖਿਆਲ ਰੱਖੋ ਔਰ ਆਪਣੀ ਪੜ੍ਹਾਈ ਦਾ ਵੀ ਖਿਆਲ ਰੱਖੋ। ਇੱਕ ਬਹੁਤ ਵਧੀਆ ਚੰਗਾ ਮੌਕਾ ਆਇਆ ਹੋਇਆ ਹੈ, ਰਾਈਟ। ਸੋ ਆਈ ਹੋਪ ਕਿ ਤੁਹਾਨੂੰ ਇਹ ਵਧੀਆ ਕਲਾਸ ਵਧੀਆ ਲੱਗੀ ਹੋਏਗੀ। ਮਿਲਦੇ ਹਾਂ ਬੇਟਾ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।